स्वागत एक बार फिर तो तुहाडा सारिਆਂ ਦਾ प्राइम एशिया टीवी के खास प्रोग्राम प्राइम डिस्कशन विद जतिंदर पन्नू विच मैं हाँ नवजीत। देश दुनिया दी खबरां ते चर्चा करांगे। सीनियर पत्रकार जतिंदर पन्नू जी मेरे नाल ने। सब तो पहला उन्हां दा स्वागत। पन्नू साहब स्वागत जी, सत श्री अकाल जी। शुक्रिया नवजीत जी, सत श्री अकाल। मैं दस दियां कि कल असीं जिहड़ा एक प्रोग्राम कीता सी जिहदे च सारिਆਂ ਨੂੰ मैं बेनती कीती सी कि साइबर ठगां तो बचो जी। ਉਹਦਾ ਰਿਸਪੌਂਸ बहुत तगड़ा आया और लोगों ने ਅੱਡ-ਅੱਡ ਥਾਵਾਂ ਤੋਂ ਦੱਸਿਆ जी। बहुत ਥਾਵਾਂ ਤੋਂ ਇਹ ਸਾਡੇ ਕੋਲ ਸੂਚਨਾ ਪਹੁੰਚੀ ਹੈ ਕਿ ਬੈਂਕਾਂ ਵਾਲਿਆਂ ਨੇ ਇੱਕ ਕੈਬਨ 'ਚ 2 ਕਿਤੇ 3 ਤੇ ਇੱਕ ਥਾਂ ਤੋਂ ਇਹ ਵੀ ਸ਼ਿਕਾਇਤ ਆਈ ਹੈ ਕਿ ਇੱਕੋ ਕੈਬਨ 'ਚ 4 ATM ਮਸ਼ੀਨਾਂ ਲਾਈਆਂ। जी जी। ਜਿੱਥੇ 2 3 ਜਾਂ 4 ਮਸ਼ੀਨਾਂ ਲੱਗੀਆਂ ਨੇ ਇੱਕੋ ਕੈਬਨ 'ਚ, मैं ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਉੱਥੇ ਮੈਨੇਜਰ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਕਰ ਦਿਓ ਕਿ ਸਾਡੀ ਪ੍ਰਾਈਵੇਸੀ ਦਾ ਮਾਮਲਾ, ਤੁਸੀਂ ਮਸ਼ੀਨਾਂ ਲਾਈਆਂ ਨੇ ਇੱਕੋ ਕੈਬਨ 'ਚ 2-3 ਜਿੱਥੇ ਹਰ ਕੋਈ ਆਣ ਵੜਦਾ। ਜੇ ਕੱਲ੍ਹ ਨੂੰ ਕਿਸੇ ਕਿਸਮ ਦੀ ਕੋਈ ਅਬੀ ਨਬੀ ਹੋ ਗਈ ਤੇ ਸ਼ਿਕਾਇਤ ਤੁਹਾਡੇ ਖਿਲਾਫ ਹੋਵੇਗੀ। जी। ਜਿਹੜਾ ਮੈਨੇਜਰ ਵੀ ਇਹੋ ਜਿਹੀ ਗਲਤੀ ਕਰ ਰਿਹਾ ਕਿ ਇੱਕੋ ਕੈਬਨ 'ਚ 2-3 ਜਾਂ 4 ਮਸ਼ੀਨਾਂ ਲਵਾ ਰਿਹਾ, ਇਹਦਾ ਮਤਲਬ ਕਿ ਉੱਥੇ ਕੋਈ ਪ੍ਰਾਈਵੇਸੀ ਨਹੀਂ। ਪ੍ਰਾਈਵੇਸੀ ਦੇ ਮਾਮਲੇ 'ਚ ਕਿਸੇ ਵੀ ਮੈਨੇਜਰ ਨੂੰ, ਕਿਸੇ ਵੀ ਬ੍ਰਾਂਚ ਨੂੰ ਇਹ ਅਧਿਕਾਰ ਨਹੀਂ। ਉਹਨਾਂ ਦੇ ਵਿੱਚ ਘੱਟੋ ਘੱਟ ਪਾਰਟੀਸ਼ਨ ਹੋਣੇ ਚਾਹੀਦੇ ਆ ਤਾਂ ਕਿ ਮੈਂ ਆਪਣਾ ATM ਚਲਾਉਣਾ ਤੇ ਨਵਜੀਤ ਜੀ ਤੁਹਾਨੂੰ ਨਾ ਦਿਸੇ, ਤੁਸੀਂ ਚਲਾਓ ਤੇ ਮੈਨੂੰ ਨਾ ਦਿਸੇ। बिल्कुल जी। मैं किन्ने पैसे कढ़दा किन्ने नहीं कढ़दा मेरी प्राइवेसी है, तुसी किन्ने कढ़दे तुहाडी है। सो इस मामले च जिन्ना दर्शकों ने कल रिस्पॉन्स दिता, मैं उन्ना ही उन्होंने सारिਆਂ ਨੂੰ कहूँगा कि आपो अपने बैंक च जाके लिखती तौर पर भी ये दरखास्त दे दिओ कि उस पार्टीशन चाहिए है ਜਾਂ ATM जे कल ਨੂੰ कोई गड़बड़ हो गई तो शिकायत होगी। जी। पर सर खबरां की गल करते हैं, 2022 चलदा 3 ਕੁ दिन होर रुकिया तो 3 ਕੁ महीने बाद फिर नवां साल चढ़ जाना, 2024 आ जाना कर करके तो फिर प्रधानमंत्री होना दियां वोटां भी पैणियां। कह सकते हैं कि लोक सभा दियां चोणां होणीਆਂ ने। पर सब प्रधानमंत्री का अहुदेदार कौन होगा, क्योंकि इन्हूं लैके ਵੱਖ-ਵੱਖ तरह ਦੀਆਂ चर्चावां चलदियां पईयां ने। की देखते हैं तुसीं? देखो पहली गल तां ये कि पंडित जवाहर लाल नेहरू ਨੂੰ ਜਦੋਂ ਅਜੇ ਸ਼ਿਕ ਵੀ ਨਹੀਂ ਆਈ, ਉਦੋਂ ਦਿੱਲੀ ਤੋਂ ਲੈ ਕੇ लंडन ਤੇ ਵਾਸ਼ਿੰਗਟਨ ਤੱਕ ਦੀਆਂ ਅਖਬਾਰਾਂ 'ਚ ਛਪਣ ਲੱਗ ਪਿਆ, ਆਫਟਰ ਨਹਿਰੂ ਹੂ, ਜੇ ਨਹਿਰੂ ਨੂੰ ਕੁਛ ਹੋ ਗਿਆ ਤੇ ਫਿਰ ਕੀ ਬਣੂ। ਜਦੋਂ ਇੰਦਰਾ ਗਾਂਧੀ ਨੂੰ ਕੋਈ ਇਹੋ ਜਿਹੀ ਸਮੱਸਿਆ ਨਹੀਂ ਸੀ, ਉਦੋਂ ਅਮਰੀਕਾ ਦੀ ਇੱਕ ਅਕੈਡਮੀ 'ਚ ਇਸ ਗੱਲ ਦੇ ਉੱਤੇ ਬਕਾਇਦਾ ਥੀਸਿਸ ਤਿਆਰ ਕੀਤਾ ਗਿਆ ਕਿ ਜੇ ਇੰਦਰਾ ਗਾਂਧੀ ਨੂੰ ਕੁਛ ਹੋਵੇ ਤੇ ਕੀ ਬਣੇਗਾ। ਅੱਗੋਂ ਚੋਣਾਂ ਆਉਣ ਵਾਲੀਆਂ ਨੇ ਜਨਵਰੀ 1984 'ਚ, ਜੇ ਇੰਦਰਾ ਗਾਂਧੀ ਨੂੰ ਉਹ ਤੋਂ ਪਹਿਲਾਂ ਕੁਝ ਹੋ ਜਾਏ ਤੇ ਕੀ ਬਣੇਗਾ, ਉਹਦੇ ਤੋਂ ਬਾਅਦ ਕੁਝ ਹੋਵੇ ਤੇ ਕੀ ਬਣੇਗਾ। ਜੇ ਇੰਦਰਾ ਗਾਂਧੀ ਕੁਦਰਤੀ ਮੌਤ ਸੰਸਾਰ ਤੋਂ ਤੁਰ ਗਈ ਫਿਰ ਕੀ ਬਣੇਗਾ, ਤੇ ਜੇ ਗੈਰ ਕੁਦਰਤੀ ਮੌਤ ਹੋਵੇ ਤੇ ਫਿਰ ਕੀ ਹੋਵੇਗਾ। ਇੱਦਾਂ ਦੀਆਂ ਗੱਲਾਂ ਸਦਾ ਹੀ ਚੱਲਦੀਆਂ ਰਹੀਆਂ। ਅੱਜ ਸਾਡੇ ਕੋਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਸੁੱਖ ਨਾਲ ਜੇ ਕਹੀਏ ਤਾਂ ਸਹੀ ਸਲਾਮਤ ਹੈ ਜੀ, ਉਹਦੀ ਸਿਹਤ ਠੀਕ ਹੈ। ਉਹਦੀ ਪਾਰਟੀ ਵਾਲੇ ਕਹਿੰਦੇ ਜੀ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਖਾਲੀ ਤੇ ਦੂਸਰੇ ਕਦ ਲਈ ਵਿਚਾਰਾਂ ਕਰਦੇ ਹੋ। ਵਿਚਾਰਾਂ ਤਾਂ ਹਮੇਸ਼ਾ ਹਰ ਕੋਈ ਕਰਦਾ ਹੁੰਦਾ। ਪਾਰਲੀਮੈਂਟ 'ਚ ਲਾਲੂ ਪ੍ਰਸਾਦ ਯਾਦਵ ਨੇ ਆਖਿਆ ਸੀ, ਸਾਰੇ ਕਹਿੰਦੇ ਮੇਰਾ ਪ੍ਰਧਾਨ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ, ਪਰ ਕਹਿੰਦਾ ਮੇਰਾ ਤਾਂ ਹੈਗਾ। ਤੇ ਇੱਥੇ ਜਿੰਨੇ ਬੈਠੇ ਆ ਸਾਰੇ ਉਸ ਕੁਰਸੀ ਵੱਲ ਝਾਕਦੇ ਆ ਕਿ ਕਿੱਦਾਂ ਗੱਲ ਬਣੂ। ਇਹ ਉਹਦੀ ਗੱਲ ਠੀਕ ਸੀ। ਹੁਣ ਆਮ ਆਦਮੀ ਪਾਰਟੀ ਨੇ ਪਹਿਲਾਂ ਉਹਨਾਂ ਦੀ ਦਿੱਲੀ 'ਚ ਸਰਕਾਰ ਸੀ, ਜਦੋਂ ਪੰਜਾਬ 'ਚ ਬਣਾ ਲਈ, ਫਿਰ ਗੁਜਰਾਤ ਦੇ ਵਿੱਚ 2 ਸ਼ਹਿਰਾਂ ਦੇ ਵਿੱਚ ਮੇਨ ਆਪੋਜੀਸ਼ਨ 'ਚ ਆ ਗਏ, ਮੱਧ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਆ ਗਏ। ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਸਾਡਾ ਲੀਡਰ ਅਰਵਿੰਦ ਕੇਜਰੀਵਾਲ ਅਗਲੀ ਚੋਣ ਦੇ ਵਿੱਚ ਨਰਿੰਦਰ ਮੋਦੀ ਦੇ ਮੁਕਾਬਲੇ ਵਿਰੋਧੀ ਧਿਰ ਦਾ ਪ੍ਰਧਾਨ ਮੰਤਰੀ ਲਈ ਉਮੀਦਵਾਰ ਹੋਵੇਗਾ, ਬਣਾ ਲਓ, ਕਿਸੇ ਨੂੰ ਕੀ ਇਤਰਾਜ਼ ਹੈ। ਨਿਤੀਸ਼ ਕੁਮਾਰ ਕਦੇ ਇੱਧਰ ਘੁੰਮਦਾ ਰਿਹਾ, 8ਵੀਂ ਵਾਰੀ ਮੁੱਖ ਮੰਤਰੀ ਦੀ ਸਹੁੰ ਚੁੱਕੀ ਹੈ। ਜੇ ਐਵਰੇਜ ਕਰੋ 8 ਵਾਰੀਆਂ ਦੀ ਤੇ 1 ਸਾਲ ਤੇ 75 ਕੁ ਦਿਨ ਬਣਦੇ ਆ, ਯਾਨੀ ਇਹਦਾ ਮਤਲਬ ਕਿ 1 ਸਾਲ 2.5 ਮਹੀਨੇ ਇੱਕ ਵਾਰੀ ਦੇ ਬਣਦੇ, ਜਦ ਕਿ ਇੱਕ ਵਾਰੀ 5 ਸਾਲਾਂ ਦੀ ਚਾਹੀਦੀ ਹੈ ਜੀ। ਉਹ ਇਸੇ ਕੰਮ ਹੀ ਲੱਗਾ ਰਿਹਾ ਕਿ ਅਸਤੀਫਾ ਦੇ ਦਿੱਤਾ, ਨਵੇਂ ਧਿਰ ਨਾਲ ਰਲ ਕੇ ਸਹੁੰ ਚੁੱਕ ਲਈ।
ਹੁਣ ਉਹਨੂੰ ਆਪੋਜੀਸ਼ਨ ਚੁੱਕ ਤੁਰੀ ਹੈ ਜੀ ਇਹ ਸਾਡਾ ਪ੍ਰਧਾਨ ਮੰਤਰੀ ਉਮੀਦਵਾਰ ਹੋਵੇਗਾ। ਮਮਤਾ ਬੈਨਰਜੀ ਪਹਿਲਾਂ ਤਿਆਰ ਸੀ, ਮੁਲਾਇਮ ਸਿੰਘ ਯਾਦਵ ਦੇ ਉੱਤੇ ਨੌਗੇ ਪੈ ਚੁੱਕੇ, ਸ਼ਰਦ ਪਵਾਰ ਤੇ ਪੈ ਚੁੱਕੇ। ਮੈਂ ਦੱਸ ਦਿਆਂ ਕਿ ਕਦੇ ਵੀ ਇਹਨਾਂ ਨੌਗਿਆਂ ਦਾ ਕੋਈ ਅਸਰ ਨਹੀਂ ਹੁੰਦਾ। ਇੱਥੇ ਕਈ ਮੌਕੇ ਇਹੋ ਜਿਹੇ ਆਏ ਜਦੋਂ ਉਹ ਬੰਦੇ ਪ੍ਰਧਾਨ ਮੰਤਰੀ ਬਣ ਗਏ ਜਿਨ੍ਹਾਂ ਦਾ ਨਾਂ ਹੀ ਚਰਚਾ 'ਚ ਨਹੀਂ ਸੀ। ਨਰਸਿਮਹਾ ਰਾਓ ਦਾ ਰਾਜ ਸੀ, ਕਾਂਗਰਸ ਹਾਰ ਗਈ, ਭਾਜਪਾ ਵੱਡੀ ਪਾਰਟੀ ਬਣ ਗਈ, ਪਰ ਵੱਡੀ ਪਾਰਟੀ ਬਣ ਕੇ ਵੀ ਸ਼ਿਵ ਸੈਨਾ, ਅਕਾਲੀ ਸਾਰਿਆਂ ਨੂੰ ਰਲਾ ਕੇ ਉਹਨਾਂ ਦੀ ਬਹੁਤ ਸੰਮਤੀ ਨਹੀਂ ਸੀ ਬਣਦੀ ਜੀ। ਬਹੁਤ ਸੰਮਤੀ ਬਣਦੀ ਸੀ ਤਾਂ ਜੇ ਜਨਤਾ ਦਲ ਵੀ, ਖੱਬੇ ਪੱਖੀ ਪਾਰਟੀਆਂ ਵੀ ਤੇ ਕਾਂਗਰਸ ਬਾਹਰੋਂ ਹਮਾਇਤ ਦੇਵੇ, ਸਰਕਾਰ ਬਣੇ। ਇਹਨਾਂ ਸਹਿਮਤੀ ਕਰ ਲਈ, ਵਾਜਪਾਈ 13 ਦਿਨ ਰਾਜ ਕਰਕੇ ਪਾਸੇ ਹਟ ਗਿਆ। ਫਿਰ ਇਹਨਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਕੌਣ ਬਣੇ? ਕਈ ਵੱਡੇ ਲੀਡਰ ਸੀ, ਸਾਰਿਆਂ ਨੂੰ ਛੱਡ ਕੇ ਤੇ ਕਰਨਾਟਕ ਦੇ ਵਿੱਚੋਂ ਜਨਤਾ ਦਲ ਦਾ ਮੁੱਖ ਮੰਤਰੀ ਹਰਦਨ ਲੱਲੀ ਡੋਡਾ ਗੌੜਾ ਦੇਵੇ ਗੌੜਾ ਲਿਆ ਕੇ ਤੇ ਉਹਨੂੰ ਪ੍ਰਧਾਨ ਮੰਤਰੀ ਬਣਾਤਾ। ਕਿਉਂ? ਕਿਉਂਕਿ ਇਸ ਗੱਠਜੋੜ ਦੀ ਅਗਵਾਈ ਵੱਡੀ ਪਾਰਟੀ ਹੋਣ ਕਰਕੇ ਜਨਤਾ ਦਲ ਕੋਲ ਸੀ ਜੀ। ਤੇ ਅੱਗੋਂ ਜਨਤਾ ਦਲ ਦੇ ਵਿੱਚ ਯੂਪੀ, ਬਿਹਾਰ ਸਾਰੀਆਂ ਥਾਵਾਂ ਛੱਡ ਦਿਓ, ਸਭ ਤੋਂ ਵੱਧ ਸੀਟਾਂ ਜੇ ਕਿਤੋਂ ਆਉਂਦੀਆਂ ਸੀ ਤੇ ਉਹ ਕਰਨਾਟਕਾ 'ਚੋਂ ਸੀ। ਤੇ ਕਰਨਾਟਕ ਵਾਲਿਆਂ ਨੇ ਆਖਿਆ ਵੱਧ ਸੀਟਾਂ ਸਾਡੀਆਂ, ਫਿਰ ਸਾਡਾ ਲੀਡਰ ਚਾਹੀਦਾ। ਉਹਨੂੰ ਲਿਆ ਕੇ ਪ੍ਰਧਾਨ ਮੰਤਰੀ ਬਣਾਤਾ ਜਿਹਦਾ ਕੋਈ ਨਾਂ ਹੀ ਨਹੀਂ ਸੀ ਚਰਚਾ 'ਚ। 1 ਸਾਲ ਬਾਅਦ ਕਾਂਗਰਸ ਨੇ ਹਮਾਇਤ ਵਾਪਸ ਲੈ ਲਈ, ਆਖਿਆ ਦੁਬਾਰਾ ਹਮਾਇਤ ਤਾਂ ਦਿਆਂਗੇ, ਦੇਵਗੌੜਾ ਹਟਾ ਦਿਓ, ਸਾਨੂੰ ਇਹ ਪ੍ਰਵਾਨ ਨਹੀਂ। ਉਹ ਇੱਥਾਂ ਨਵਾਂ ਕੌਣ ਹੋਵੇ? ਵੱਡੇ ਲੀਡਰਾਂ ਦੀ ਮੀਟਿੰਗ ਹੋਣ ਲੱਗ ਪਈ। ਇੰਦਰ ਕੁਮਾਰ ਵੱਡਾ ਲੀਡਰ ਨਹੀਂ ਸੀ, ਉਹ ਆਪਣੇ ਘਰ ਬੈਠਾ, ਇਹਨੂੰ ਕਿਸੇ ਸੱਦਿਆ ਹੀ ਨਹੀਂ ਸੀ। ਉੱਥੇ ਆਖਣ ਫਲਾਣੇ ਨੂੰ ਬਣਾ ਦਿਓ, ਉਹ ਗੱਲ ਨਾ ਬਣੇ। ਜੋਤੀ ਬਾਸੂ ਨੂੰ ਬਣਾ ਦਿਓ, ਕਾਮਰੇਡ ਜੋਤੀ ਬਾਸੂ ਦੀ ਪਾਰਟੀ ਨਹੀਂ ਮੰਨੀ। ਫਿਰ ਕਹਿੰਦੇ ਮੁਲਾਇਮ ਸਿੰਘ ਯਾਦਵ ਨੂੰ ਬਣਾ ਦਿਓ, ਕਹਿੰਦੇ ਇਹਦੇ ਨਾਂ 'ਤੇ ਉਹ ਸੋਨੀਆ ਗਾਂਧੀ ਨਹੀਂ ਮੰਨਦੀ। ਫਿਰ ਕਿਹਨੂੰ ਬਣਾਓ? ਘਰ ਬੈਠੇ ਇੰਦਰ ਕੁਮਾਰ ਗੁਜਰਾਲ ਨੂੰ ਸੱਦ ਕੇ ਆਖਿਆ ਪ੍ਰਧਾਨ ਮੰਤਰੀ ਬਣਨਾ, ਤੇ ਨਾ ਕੌਣ ਕਰਦੇ ਨੇ? ਆਖਿਆ ਜੀ ਚੰਗਾ ਮੈਂ ਬਣ ਜਾਣਾ। ਜਿਹਦਾ ਨਾਂ ਹੀ ਕਿਸੇ ਚਰਚਾ 'ਚ ਨਹੀਂ ਸੀ ਉਹ ਬਣ ਗਿਆ। ਫਿਰ ਵਾਜਪਾਈ ਨੇ 6 ਸਾਲ ਰਾਜ ਕੀਤਾ, ਅਗਲੀ ਵਾਰੀ ਕਾਂਗਰਸ ਦਾ ਗੱਠਜੋੜ ਜਿੱਤ ਗਿਆ। ਸਾਰਿਆਂ ਨੇ ਸੋਨੀਆ ਗਾਂਧੀ ਨੂੰ ਆਖਿਆ ਸਾਡੀ ਪ੍ਰਧਾਨ ਮੰਤਰੀ ਹੋਊ, ਉਹ ਬਣ ਨਾ ਸਕੀ। ਕੀ ਕਾਰਨ ਹੈ? ਲੰਮੀਆਂ ਚੌੜੀਆਂ ਕਹਾਣੀਆਂ ਜੀ। ਉਹਦੀ ਥਾਂ ਤੇ ਕੌਣ ਬਣੂ? ਪ੍ਰਣਬ ਮੁਖਰਜੀ ਸਾਰਿਆਂ ਤੋਂ ਸੀਨੀਅਰ ਸੀ, ਉੱਥੇ ਹੋਰ ਕਈ ਬੰਦੇ ਬੈਠੇ ਸਨ, ਸਾਰੇ ਛੱਡ ਕੇ ਤੇ ਡਾਕਟਰ ਮਨਮੋਹਨ ਸਿੰਘ ਦਾ ਗੁਣਾ ਪੈ ਗਿਆ ਜਿਹਨੂੰ ਕੋਈ ਲੀਡਰ ਨਹੀਂ ਸੀ ਬਣਦਾ ਤੇ ਜਿਹਨੂੰ 10 ਸਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਲੋਕੀ ਅਕਾਊਂਟੈਂਟ ਸਮਝਦੇ ਆ, ਚਾਰਟਰਡ ਅਕਾਊਂਟੈਂਟ। ਰਿਜ਼ਰਵ ਬੈਂਕ ਦਾ ਗਵਰਨਰ ਤੇ ਬਣਨ ਨੂੰ ਤਿਆਰ ਹੈ, ਖਜ਼ਾਨਾ ਮੰਤਰੀ ਮੰਨਦੇ ਆ, ਪਰ ਆਗੂ ਨਹੀਂ ਮੰਨ ਰਹੇ। ਉਹ ਪ੍ਰਧਾਨ ਮੰਤਰੀ ਬਣ ਗਿਆ ਜੀ। ਇੱਥੇ ਹੁਣ ਜਿਹੜੇ ਤੁਰੇ ਫਿਰਦੇ ਆ ਨਾ, ਨਤੀਸ਼ ਕੁਮਾਰ ਹੋਵੇ, ਕੇਜਰੀਵਾਲ, ਮਮਤਾ ਬੈਨਰਜੀ ਹੋਵੇ ਜਾਂ ਕੋਈ ਹੋਰ, ਜਿੱਦਣ ਜੇ ਕਦੇ ਵਾਰੀ ਆ ਗਈ ਪੈਰ ਥੱਲੇ ਬਟੇਰਾ ਆਉਣ ਲੱਗਾ ਤੇ ਅਚਾਨਕ ਕੋਈ ਨਾ ਕੋਈ ਇਹੋ ਜਿਹਾ ਨਿਕਲਣਾ ਜਿਹਦਾ ਕਿਸੇ ਨੇ ਨਾਂ ਹੀ ਨਹੀਂ ਸੁਣਿਆ ਜੀ। ਕੇਜਰੀਵਾਲ ਵਾਸਤੇ ਤਾਂ ਇਹ ਵੀ ਮੁਸ਼ਕਿਲ ਆਊਗੀ ਨਾ। ਇਹ ਹਮੇਸ਼ਾ ਇਹ ਕਹਿੰਦੇ ਅਸੀਂ ਕਿਸੇ ਪਾਰਟੀ ਨਾਲ ਮਿਲ ਕੇ ਨਹੀਂ ਚੱਲਣਾ, ਬਿਲਕੁਲ। ਤੇ ਜਦੋਂ ਤੁਹਾਂ ਕਿਸੇ ਨਾਲ ਨਹੀਂ ਮਿਲ ਕੇ ਚੱਲਣਾ ਤੇ ਬਾਕੀ ਪਾਰਟੀਆਂ ਨਾਲ ਵੀ। ਉਹ ਕਿਸੇ ਨੇ ਆਖਿਆ ਸੀ ਬਾਬਾ ਜੀ ਤੁਹਾਨੂੰ ਸਾਰਾ ਪਿੰਡ ਟਿੱਚ ਸਮਝਦਾ, ਕਹਿੰਦਾ ਕੋਈ ਗੱਲ ਨਹੀਂ ਮੈਂ ਸਾਰੇ ਪਿੰਡ ਨੂੰ ਟਿੱਚ ਸਮਝਦਾ। ਜੇ ਇਹ ਬਾਕੀ ਪਾਰਟੀਆਂ ਨੂੰ ਟਿੱਚ ਸਮਝਦੇ, ਬਾਕੀ ਪਾਰਟੀਆਂ ਨੂੰ ਸਮਝੀਆਂ, ਇਹਦੇ ਨਾਂ ਤੇ ਸਹਿਮਤੀ ਨਾ ਹੋਈ ਤੇ ਫਿਰ ਕੋਈ ਇਹੋ ਜਿਹਾ ਬੰਦਾ ਲੱਭੂਗਾ ਜਿਹਦਾ ਕਦੇ ਕਿਸੇ ਨੇ ਨਾਂ ਹੀ ਨਹੀਂ ਸੁਣਿਆ। ਉਹ ਦੇਵਗੌੜਾ ਵੀ ਹੋ ਸਕਦਾ ਜੀ। ਤੁਹਾਨੂੰ ਸਾਹਿਬ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਗੱਲ ਜ਼ਰੂਰ ਕਰਨੀ ਹੈ ਕਿਉਂਕਿ ਉਸ ਮਾਮਲੇ ਵਿੱਚ ਹੁਣ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। ਦੂਸਰੇ ਪਾਸੇ 5 ਜਣਿਆਂ ਨਾਮਜ਼ਦ ਕੀਤਾ ਗਿਆ, ਗਵਾਂਢੀ ਵੀ ਹੈ ਤੇ ਉਹਦੇ ਵਿੱਚ 2 ਪੰਜਾਬੀ ਇੰਡਸਟਰੀ ਨਾਲ ਵੀ ਸੰਬੰਧ ਰੱਖਦੇ ਆ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਪਿਛਲੇ ਦਿਨੀ ਇਹ ਗੱਲ ਕਹੀ ਸੀ, ਸਮਾਂ ਆ ਲੈਣ ਦਿਓ, ਨਾਮ ਸਾਹਮਣੇ ਲਿਆਵਾਂਗੇ। ਇਸ ਕੇਸ ਦੇ ਵਿੱਚ ਲੱਗਦਾ ਹੁਣ ਤਾਰਾਂ ਫਿਰ ਗਵਾਂਢ ਵਿੱਚ ਵੀ ਜੁੜਦੀਆਂ ਹੋ ਸਕਦੀਆਂ ਨੇ। ਦੇਖੋ ਗੱਲ ਇਹ ਆ ਕਿ 36 ਜਣੇ ਨਾਮਜ਼ਦ ਕੀਤੇ ਇਸ ਕੇਸ ਦੇ ਵਿੱਚ ਜੀ। 36 ਚੋਂ 24 ਦੇ ਖਿਲਾਫ ਚਾਰਜ ਸ਼ੀਟ ਪੇਸ਼ ਕਰ ਦਿੱਤੀ। 2 ਜਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਭਕਨੇ ਪਿੰਡ ਦੇ ਵਿੱਚ ਇੱਕ ਪੁਲਿਸ ਮੁਕਾਬਲੇ 'ਚ ਚਿੱਟੇ ਦਿਨ ਮਾਰੇ ਗਏ, ਉਹਨਾਂ ਨੂੰ ਛੱਡ ਦਿਓ। ਬਾਕੀ ਲਾਰੈਂਸ ਬਿਸ਼ਨੋਈ ਵਗੈਰਾ ਕੁਝ ਫੜੇ ਗਏ ਜੀ। 4 ਜਣੇ ਵਿਦੇਸ਼ ਬੈਠੇ। ਹੁਣ ਇਹਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਸੰਗੀਤ ਇੰਡਸਟਰੀ ਉਹਦੇ ਵਿੱਚੋਂ 2-3 ਜਣਿਆਂ ਦੇ ਨਾਂ ਨੇ। ਬਿਲਕੁਲ। ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨੇ, ਅਜੇ ਤੱਕ ਮੇਰੇ ਸਾਹਮਣੇ ਨਾਂ ਨਹੀਂ ਆਏ। ਕਿਸੇ ਹੋਰ ਨੂੰ ਪਤਾ ਹੋਵੇ ਵੱਖਰੀ ਗੱਲ। ਪਿੰਡ ਵਿੱਚੋਂ ਕਹਿੰਦੇ ਆ ਕਿ 5 ਜਣਿਆਂ ਦੇ ਨਾਂ ਆਉਂਦੇ ਆ। ਪਹਿਲਾਂ ਪਤਾ ਲੱਗਾ ਸੀ 2 ਦੇ ਆ, ਫਿਰ 3 ਦੇ, ਫਿਰ ਪਤਾ ਲੱਗਾ ਕਿ ਉਹ ਬੰਦੇ ਉਸ ਵਕਤ ਇਸ ਪਰਿਵਾਰ ਦੇ ਬਹੁਤ ਨਾਲ ਸਨ। ਹੁਣ ਇੱਕ ਨਾ ਪੁਰਾਣੀ ਗੱਲ ਆਪਣੇ ਖਾਸ ਕਰਕੇ ਲਾਹੌਰੀਆਂ 'ਚ ਕਹਿੰਦੇ ਆ ਕਿ ਜਦ ਤੱਕ ਗਲੀ ਗੁਆਂਢ ਦੇ ਵਿੱਚੋਂ ਕੋਈ ਸੂਹ ਨਾ ਦੇਵੇ, ਨਾ ਚੋਰੀ ਹੁੰਦੀ ਆ ਨਾ ਕਤਲ ਹੁੰਦਾ। ਕਿਉਂਕਿ ਗੁਆਂਢ ਵਾਲੇ ਜਿਹੜੇ ਆ
ਉਹਨਾਂ ਨੂੰ ਪਤਾ ਹੁੰਦਾ ਬੰਦਾ ਕਦੋਂ ਆਉਂਦਾ, ਕਿੱਧਰੋਂ ਆਉਂਦਾ ਤੇ ਕਿੱਧਰ ਦੀ ਕਿੱਧਰ ਨੂੰ ਜਾਂਦਾ। ਉਹ ਸੂਹ ਦੇਣ ਤੇ ਗੁਆਂਢੀ ਮਰਵਾ ਦਿੰਦੇ ਹੁੰਦੇ। ਹੁਣ ਇੱਥੇ ਕੀ ਹੋਇਆ ਪਤਾ ਨਹੀਂ, ਪਰ ਪਹਿਲੇ ਦਿਨ ਤੋਂ ਹੀ ਕੁਝ ਲੋਕਾਂ 'ਚ ਇਸ ਤਰ੍ਹਾਂ ਦੀ ਚਰਚਾ ਸੀ ਕਿ ਕੋਈ ਨਾ ਕੋਈ ਆਂਢ ਗੁਆਂਢ 'ਚੋਂ ਕੋਈ ਭੇਤੀ ਬੰਦਾ ਜ਼ਰੂਰ ਦੂਸਰੇ ਪਾਸੇ ਰਲਿਆ ਜਿਹਨੇ ਮਰਾਇਆ। ਬੁੱਕਲ ਦਾ ਸੱਪ ਕਿਹਨੂੰ ਕਹਿੰਦੇ? ਪੰਜਾਬੀ ਦੇ ਵਿੱਚ ਇੱਕ ਮੁਹਾਵਰਾ, ਮਾਂ ਨਾਲੋਂ ਹੇਜਲੀ ਸੋ ਸਭ ਫੱਫੇ ਕੁੱਟਣੀ। ਮਾਂ ਨਾਲੋਂ ਵੱਧ ਤੇ ਪੁੱਤ ਨੂੰ ਧੀ ਨੂੰ ਕੋਈ ਪਿਆਰ ਨਹੀਂ ਨਾ ਕਰ ਸਕਦਾ। ਤੇ ਜੇ ਮਾਂ ਲਾਗੇ ਬੈਠੀ ਹੋਵੇ ਤੇ ਇੱਕ ਪਾਸੇ ਤੋਂ ਆ ਕੇ ਬਹੁਤ ਹੀ ਪਿਆਰ, ਜੇ ਮੇਰਾ ਪੁੱਤ ਮੇਰਾ ਪੁੱਤ ਮੇਰਾ ਪੁੱਤ ਕਰੀ ਜਾਵੇ, ਬਹੁਤ ਹੀ ਹੇਜਲੀ ਬਣੇ, ਉਹਦੇ ਵਾਸਤੇ ਪੰਜਾਬੀ 'ਚ ਲਫ਼ਜ਼ ਵਰਤਦੇ ਆ ਫੱਫੇ ਕੁੱਟਣੀ। ਇੱਥੇ ਜਿਹੜੇ ਆਂਢ ਗੁਆਂਢ ਤੋਂ, ਗਲੀ 'ਚੋਂ, ਮਹੱਲੇ 'ਚੋਂ, ਪਿੰਡ 'ਚੋਂ ਕੁਝ ਜ਼ਰੂਰਤ ਤੋਂ ਜ਼ਿਆਦਾ ਹੇਜਲੇ, ਸਾਡਾ ਪੁੱਤ ਚੜ੍ਹ ਗਈ ਗੁੱਡੀ, ਸਾਡਾ ਪੁੱਤ ਛਾ ਗਿਆ ਦੁਨੀਆ ਤੇ ਛਾ ਗਿਆ, ਸਾਡੇ ਪੁੱਤ ਦੇ ਕੋਈ ਪੈਰਾਂ ਵਰਗਾ ਨਹੀਂ, ਜਿਹੜੇ ਜ਼ਿਆਦਾ ਚੰਬਲ ਕੇ ਇੱਦਾਂ ਦੀਆਂ ਗੱਲਾਂ ਕਰਦੇ ਆ, ਉਹਨਾਂ ਤੋਂ ਹਰ ਕਿਸੇ ਨੂੰ ਸਾਵਧਾਨ ਰਹਿਣਾ ਚਾਹੀਦਾ ਜੀ। ਉਹਨਾਂ ਦੇ ਮੂੰਹ ਮੇਰਾਮ ਬਗਲ ਵਿੱਚ ਛੁਰੀ ਹੁੰਦੀ ਆ। ਇਹ ਪਤਾ ਕੋਈ ਨਹੀਂ ਹੁੰਦਾ ਕਦੋਂ ਉਹਨਾਂ ਨੇ ਕਿਹੜਾ ਚੰਦ ਚਾੜ ਦੇਣਾ। ਇਸ ਮਾਮਲੇ 'ਚ ਵੀ ਜੇ ਕੋਈ ਇੱਦਾਂ ਦੀ ਗੱਲ ਹੋਈ ਹੈ, ਜੇ ਨਾ ਤਾਂ ਸਾਹਮਣੇ ਨਹੀਂ ਆਏ, ਪਰ ਜੇ ਕੋਈ ਹੋਈ ਆ ਤੇ ਲੋਕਾਂ ਸਾਹਮਣੇ ਆ ਜਾਣੀ ਚਾਹੀਦੀ ਆ, ਤਾਂ ਕਿ ਬਾਕੀ ਲੋਕ ਇਹੋ ਜਿਹੀਆਂ ਚਾਲਾਂ ਤੋਂ ਆਪੋ ਆਪਣੀ ਥਾਂ ਤੇ ਸਾਵਧਾਨ ਰਹਿ ਸਕਣ। ਬਿਲਕੁਲ ਪੰਨੂ ਸਾਹਿਬ, ਗੁਆਂਢ ਤੇ ਵੀ ਸ਼ੱਕ ਹੀ ਹੈ, ਬਾਕੀ ਜਾਂਚ ਜਦੋਂ ਹੋਣੀ ਹੈ ਤਾਂ ਪਤਾ ਲੱਗ ਹੀ ਜਾਣਾ। ਸ਼ੱਕ ਪੰਨੂ ਸਾਹਿਬ ਇੱਕ ਹੋਰ ਪੈ ਗਿਆ, ਉੱਧਰ ਝਾਰਖੰਡ ਵਾਲੇ ਪਾਸੇ ਵੀ ਕਹਿੰਦੇ ਜਿਹੜੇ ਵਿਧਾਇਕ ਹੈ ਉਹਨਾਂ ਨੂੰ ਵੀ ਦੂਸਰੇ ਪਾਸੇ ਸ਼ਿਫਟ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ, ਇੱਕ ਦੋ ਸੂਬਿਆਂ 'ਚ ਹੋਰ ਬਣ ਗਏ ਸੀ, ਹੁਣ ਫਿਰ ਝਾਰਖੰਡ ਵਿੱਚ ਵੀ ਫੱਟੀ ਪੋਚਣ ਦੀ ਤਿਆਰੀ ਹੈ ਭਾਜਪਾ ਦੀ। ਪਹਿਲੀ ਗੱਲ ਤਾਂ ਇਹ ਕਿ ਝਾਰਖੰਡ ਬਿਹਾਰ ਦਾ ਹਿੱਸਾ ਹੁੰਦਾ ਸੀ ਜੀ। ਇਹਨੂੰ ਵੱਖਰਾ ਝਾਰਖੰਡ ਬਣਾਉਣ ਵਾਸਤੇ ਜਿਨ੍ਹਾਂ ਨੇ ਲੜਾਈ ਲੜੀ, ਉਹਨਾਂ ਨੇ ਝਾਰਖੰਡ ਮੁਕਤੀ ਮੋਰਚਾ ਬਣਾਇਆ ਸੀ। ਸਭ ਤੋਂ ਵੱਧ ਖਜ਼ਾਨਾ ਝਾਰਖੰਡ 'ਚ, ਕੋਲਾ ਉੱਥੇ ਨਿਕਲਦਾ, ਮੈਂਗਨੀਜ਼, ਪਤਾ ਨਹੀਂ ਕੀ ਉੱਥੇ ਮੈਟਲ ਨਿਕਲਦੀਆਂ ਨੇ। ਬਹੁਤ ਰਿਚ ਇਲਾਕਾ, ਅਮੀਰ ਇਲਾਕਾ ਸਾਡੇ ਪੰਜਾਬ ਤੋਂ ਵੱਡਾ ਹੈ। ਪੰਜਾਬ ਦੇ ਕੋਲ ਪਾਰਲੀਮੈਂਟ ਦੀਆਂ 13 ਸੀਟਾਂ, ਉਹਨਾਂ ਕੋਲ 14 ਨੇ। ਉਹ ਜਿਹੜੇ ਸੀ ਜਦੋਂ ਬਿਹਾਰ ਤੋਂ ਵੱਖਰੇ ਹੋਏ, ਉਦੋਂ ਬਾਅਦ ਕਦੇ ਵੀ ਟਿਕ ਕੇ ਉੱਥੇ ਰਾਜ ਨਹੀਂ ਹੋਇਆ। ਭਾਜਪਾ ਕਹਿੰਦੀ ਅਸੀਂ ਉੱਥੇ ਟਿਕਵਾਂ ਰਾਜ ਦਿੱਤਾ ਸੀ। ਕਾਹਦਾ ਟਿਕਵਾਂ ਰਾਜ ਦਿੱਤਾ ਸੀ? ਮੁੱਖ ਮੰਤਰੀ ਭਾਜਪਾ ਦਾ, ਤੇ ਬਾਕੀ ਜਿਹੜੀਆਂ ਇੱਧਰ ਉੱਧਰ ਦੀਆਂ ਢੇਰੀਆਂ ਨਾਰ ਲਾਈਆਂ ਸੀ, ਸਾਰਿਆਂ ਨੂੰ ਇੱਕ ਇੱਕ ਡਿਪਟੀ ਮੁੱਖ ਮੰਤਰੀ ਦਿੱਤਾ। ਇਹ ਰਿਕਾਰਡ ਹੈ ਕਿ ਭਾਰਤ ਵਿੱਚ ਇੱਕ ਸੂਬੇ 'ਚ ਇੱਕੋ ਵਕਤ ਇੱਕ ਮੁੱਖ ਮੰਤਰੀ ਤੇ 4 ਡਿਪਟੀ ਮੁੱਖ ਮੰਤਰੀ ਬਣਾਉਣੇ ਪਏ। ਜੀ। ਉਹ ਭਾਜਪਾ ਨੇ ਇਸੇ ਝਾਰਖੰਡ 'ਚ ਬਣਾਇਆ ਸੀ। ਦੂਜਾ ਰਿਕਾਰਡ, ਇੱਥੇ ਝਾਰਖੰਡ ਮੁਕਤੀ ਮੋਰਚੇ ਦਾ ਲੀਡਰ ਸੀ ਸ਼ਿਬੂ ਸੋਰੇਨ। ਉਹ ਮੁੱਖ ਮੰਤਰੀ ਬਣ ਗਿਆ ਤੇ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਦਾਲਤੀ ਕੇਸ ਕਰਕੇ ਅਸਤੀਫਾ ਦੇਣਾ ਪਿਆ ਸੀ। ਉਸੇ ਦਾ ਪੁੱਤਰ ਹੇਮੰਤ ਸੋਰੇਨ ਮੁੱਖ ਮੰਤਰੀ ਬਣ ਗਿਆ। ਹੁਣ ਇਹਦੇ ਉੱਤੇ ਕੇਸ ਕੀ ਬਣ ਗਿਆ ਕਿ ਆਪ ਮੁੱਖ ਮੰਤਰੀ ਤੇ ਜਿਹੜੀਆਂ ਉੱਥੇ ਮਾਈਨਜ਼ ਅਲਾਟ ਹੁੰਦੀਆਂ ਨੇ, ਰੇਤ ਬਜਰੀ ਵਾਲੀਆਂ ਤਾਂ ਹੈ ਨਹੀਂ, ਉਹ ਇਹਦੇ ਨਾਲ ਜ਼ਿਆਦਾ ਕਮਾਈ ਵਾਲੀਆਂ ਨੇ। ਇਹਨੇ ਇੱਕ ਖੱਡ ਜਿਹੜੀ ਆ ਮਾਈਨਿੰਗ ਦੀ, ਉਹ ਆਪਣੇ ਨਾਂ ਦੇ ਉੱਤੇ ਅਲਾਟ ਕਰਵਾ ਲਈ ਆ। ਇੱਕ ਕੰਪਨੀ ਖੜੀ ਕਰਕੇ ਉਸ ਕੰਪਨੀ ਨੂੰ ਇੱਕ ਖੱਡ ਅਲਾਟ ਕਰ ਦਿੱਤੀ, ਤੇ ਕੰਪਨੀ ਦਾ ਮਾਲਕ ਇਹ ਆ ਜਿਹੜਾ ਸਰਕਾਰ ਦਾ ਮਾਲਕ ਯਾਨੀ ਮੁੱਖ ਮੰਤਰੀ ਵੀ ਆਪ ਹੈ। ਇਹਨੂੰ ਕਹਿੰਦੇ ਆ ਹਿੱਤਾਂ ਦਾ ਟਕਰਾਅ। ਵੀ ਉਹ ਹੀ ਬੰਦਾ ਖੱਡਾਂ ਅਲਾਟ ਕਰਨ ਵਾਲਾ ਹੋਵੇ, ਉਸੇ ਨੂੰ ਖੱਡ ਅਲਾਟ ਕਰ ਦਿੱਤੀ ਜਾਵੇ। ਇਹ ਬੜੀ ਅਜੀਬ ਜਿਹੀ ਸਥਿਤੀ ਬਣ ਜਾਂਦੀ ਹੈ। ਇਹੋ ਜਿਹੇ ਮਾਮਲਿਆਂ ਦੇ ਵਿੱਚ ਸੰਵਿਧਾਨ 'ਚ ਬਹੁਤੀਆਂ ਸਖਤ ਹਦਾਇਤਾਂ ਨੇ ਕਿ ਇਹੋ ਜਿਹਾ ਬੰਦਾ ਫਿਰ ਵਿਧਾਨ ਸਭਾ ਦਾ ਮੈਂਬਰ ਜਾਂ ਪਾਰਲੀਮੈਂਟ ਦਾ ਮੈਂਬਰ ਨਹੀਂ ਹੋ ਸਕਦਾ ਜੀ। ਇਹਦੇ ਖਿਲਾਫ ਸ਼ਿਕਾਇਤ ਹੋਗੀ। ਹੋ ਸਕਦਾ ਸ਼ਿਕਾਇਤ ਵੀ ਉਹਨਾਂ ਕੀਤੀ ਹੋਵੇ ਜਿਨ੍ਹਾਂ ਨੇ ਇਹਦੇ ਨਾਲ ਰਲ ਕੇ ਇਹਨੂੰ ਪਹਿਲਾਂ ਅਲਾਟਮੈਂਟ ਕਰਵਾਈ ਆ। ਸਾਨੂੰ ਲੁਧਿਆਣੇ ਦੇ ਵਕੀਲ ਦਾ ਕਿੱਸਾ ਪਤਾ, ਉਹਦੇ ਖਿਲਾਫ ਸ਼ਿਕਾਇਤ ਹੋਈ ਕਿ ਇਹਦੇ ਕੋਲ ਜਾਲੀ ਡਿਗਰੀ ਹੈ। ਉਹਨੇ ਬਾਅਦ 'ਚ ਆਪ ਪ੍ਰੈਸ ਨੂੰ ਦੱਸਿਆ, ਕਹਿੰਦਾ ਜੀ ਮੈਂ ਤਾਂ ਲੈਣਾ ਨਹੀਂ ਚਾਹੁੰਦਾ, ਫਲਾਨਾ ਬੰਦਾ ਮੈਨੂੰ ਲੈ ਕੇ ਗਿਆ ਸੀ ਯੂਪੀ ਦੀ ਇੱਕ ਯੂਨੀਵਰਸਿਟੀ 'ਚ, ਤੇ ਮੇਰੇ ਤੋਂ ਇੰਨੇ ਲੱਖ ਰੁਪਏ ਲੈ ਕੇ ਮੈਨੂੰ ਉੱਥੋਂ ਡਿਗਰੀ ਲੈ ਕੇ ਦਿੱਤੀ, ਤੇ ਬਾਅਦ 'ਚ ਉਸੇ ਨੇ ਆ ਕੇ ਚੰਡੀਗੜ੍ਹ 'ਚ ਉਹ ਡਿਗਰੀ ਰਜਿਸਟਰ ਕਰਾਈ ਸੀ, ਮੈਂ ਤਾਂ ਸਿਰਫ ਪੈਸੇ ਹੀ ਦਿੱਤੇ ਆ। ਜਿਹੜੇ ਬੰਦੇ ਨੇ ਸਾਰਾ ਕੰਮ ਕਰਵਾਇਆ ਹੁੰਦਾ ਉਹ ਬਾਅਦ 'ਚ ਬਲੈਕਮੇਲ ਕਰਦਾ, ਤੇ ਜਦੋਂ ਬਲੈਕਮੇਲਿੰਗ ਦੇ ਪੈਸੇ ਨਹੀਂ ਮਿਲਦੇ ਉਹੀ ਬੰਦਾ ਸ਼ਿਕਾਇਤ ਕਰ ਦਿੰਦਾ ਜੀ। ਹੇਮੰਤ ਸੋਰੇਨ ਨਾਲ ਵੀ ਇਹੋ ਹੋਇਆ। ਹੁਣ ਰਾਤੀ ਉਹਨੇ ਦਸਤਖਤ ਕਹਿੰਦੇ ਗਵਰਨਰ ਨੇ ਕਰਤੇ ਆ, ਵਿਧਾਨ ਸਭਾ ਮੈਂਬਰੀ ਗਈ, ਕੁਰਸੀ ਇਹਨੂੰ ਛੱਡਣੀ ਪੈਣੀ ਆ। ਕਹਿੰਦੇ ਇਹਦੀ ਪਤਨੀ ਨੂੰ ਉੱਥੇ ਮੁੱਖ ਮੰਤਰੀ ਬਣਾ ਸਕਦੇ, ਬਣਾ ਦੇਣ, ਕੀ ਫਰਕ ਪੈਂਦਾ। ਉਹ ਬਣਾਉਂਦੇ ਕਿ ਨਹੀਂ ਬਣਾਉਂਦੇ। ਪਹਿਲਾ ਸਵਾਲ ਇਹ ਹੈ ਕਿ ਉਸਦੇ ਸੰਕਟ ਦੇ ਸਮੇਂ
ਭਾਜਪਾ ਇਸ ਵੇਲੇ ਪੂਰੇ ਜ਼ੋਰ ਤੇ ਆ ਕਿ ਉਹਨਾਂ ਦੇ ਬੰਦੇ ਤੋੜ ਲਏ ਜਾਣ, ਆਪਣੇ ਨਾਲ ਜੋੜ ਲਏ ਜਾਣ ਤੇ ਸਰਕਾਰ ਬਣਾ ਲਈ ਜਾਵੇ। ਉਹ ਆਪਣੇ ਬੰਦੇ ਆਪਣੇ ਗੱਠਜੋੜ 'ਚ ਕਾਂਗਰਸ ਸਮੇਤ ਬਾਕੀ ਧਿਰਾਂ ਜਿੰਨੀਆਂ ਉਹਨਾਂ ਸਾਰੀਆਂ ਦੇ ਬੰਦੇ ਲੈ ਕੇ ਬਾਹਰ ਕਿਸੇ ਇਹੋ ਜਿਹੀ ਥਾਂ ਜਾਂਦੇ ਪਏ ਜਿੱਥੇ ਭਾਜਪਾ ਦੀ ਪਹੁੰਚ ਨਾ ਹੋ ਸਕੇ। ਇਹ ਹਿੰਦੁਸਤਾਨ ਦਾ ਲੋਕਤੰਤਰ ਇਸ ਗੱਲੋਂ ਮਜ਼ਾਕ ਹੀ ਬਣ ਗਿਆ ਕਿ ਜਿਹੜੇ ਸੂਬੇ 'ਚ ਸਮੱਸਿਆ ਆਉਂਦੀ ਹੈ ਸਾਰੇ ਉੱਥੋਂ ਬੱਸਾਂ ਭਰ ਕੇ ਦੂਸਰੇ ਪਾਸੇ ਨੂੰ ਲੈ ਕੇ ਜਾਣ ਲੱਗ ਪੈਂਦੇ। ਬਿਲਕੁਲ। ਪਵਨ ਸਾਹਿਬ, ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਨਕਲੀ ਯੂਨੀਵਰਸਿਟੀਆਂ ਦੀ ਗੱਲ ਵੀ ਕਰ ਲਈ ਹੈ, ਤੇ ਇੱਕ ਲਿਸਟ ਜਾਰੀ ਕੀਤੀ ਹੈ UGC ਨੇ। ਉਹ ਕਹਿੰਦੇ 21 ਯੂਨੀਵਰਸਿਟੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਫੇਕ ਹੈ। ਕਿਵੇਂ ਦੇਖਦੇ ਆ ਹੁਣ ਫਿਰ ਇਸ ਗੱਲ ਨੂੰ? ਦੇਖੋ, ਗੱਲ ਇਹ ਹੈ ਕਿ ਜਿਹੜੀਆਂ ਇਹ ਯੂਨੀਵਰਸਿਟੀਆਂ 21 ਹੈ, ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਆਖਿਆ ਕਿ ਜਾਲੀ ਨੇ। ਪਿਛਲੇ ਸਾਲ ਸ਼ਾਇਦ ਇਹ 28 ਸੀਗੀਆਂ, ਬਾਅਦ ਵਿੱਚ ਕੁਝ ਬੰਦ ਹੋਈਆਂ। ਇਹ ਜਿਹੜੀਆਂ 21 ਯੂਨੀਵਰਸਿਟੀਆਂ, ਇਹਨਾਂ ਦੇ ਵਿੱਚੋਂ 4 ਦਿੱਲੀ ਦੇ ਵਿੱਚ ਚੱਲਦੀਆਂ, ਦੇਸ਼ ਦੀ ਰਾਜਧਾਨੀ ਦਿੱਲੀ 'ਚ ਜੀ। 4 ਯੂਨੀਵਰਸਿਟੀਆਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ ਚੱਲਦੀਆਂ ਨੇ, 2 ਪੱਛਮੀ ਬੰਗਾਲ 'ਚ ਚੱਲਦੀਆਂ ਨੇ। ਇੱਦਾਂ ਇਹ ਕੁੱਲ 21 ਨੇ ਜਿਨ੍ਹਾਂ ਬਾਰੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਆਖਿਆ ਕਿ ਇਹ ਜਾਲੀ ਯੂਨੀਵਰਸਿਟੀਆਂ। ਦੂਸਰੀ ਗੱਲ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਹ ਗੱਲ ਬੜੀ ਸਾਫ਼ ਕਹਿ ਦਿੱਤੀ ਹੈ ਕਿ ਸਿਰਫ ਉਸ ਯੂਨੀਵਰਸਿਟੀ ਨੂੰ, ਕਿਸੇ ਆਪਣੇ ਵਿਦਿਆਰਥੀ ਨੂੰ, ਕਿਸੇ ਸਕਾਲਰ ਨੂੰ, ਕਿਸੇ ਖੋਜੀ ਨੂੰ ਡਿਗਰੀ ਦੇਣ ਦਾ ਅਧਿਕਾਰ ਹੈ ਜਿਹੜੀ ਯੂਨੀਵਰਸਿਟੀ ਸਰਕਾਰ ਦੇ ਕਾਨੂੰਨ ਮੁਤਾਬਕ ਚੱਲਦੀ ਹੈ। ਕਾਨੂੰਨ ਕੀ ਹੁੰਦਾ? ਪਾਰਲੀਮੈਂਟ ਵਿੱਚ ਇੱਕ ਬਿੱਲ ਪੇਸ਼ ਕਰਕੇ ਪਾਸ ਕੀਤਾ ਜਾਂਦਾ ਕਿ ਭਾਰਤ ਦੇ ਫਲਾਣੇ ਸੂਬੇ ਦੇ ਫਲਾਣੇ ਜ਼ਿਲ੍ਹੇ ਦੇ ਫਲਾਣੇ ਸ਼ਹਿਰ ਵਿੱਚ ਆਹ ਇੱਕ ਯੂਨੀਵਰਸਿਟੀ ਬਣਾਈ ਜਾਵੇਗੀ ਜਿਹਦਾ ਇੱਕ ਬੋਰਡ ਹੋਵੇਗਾ ਤੇ ਬੋਰਡ ਦੇ ਉੱਤੇ ਚਾਂਸਲਰ ਜਾਂ ਵਾਈਸ ਚਾਂਸਲਰ ਫਲਾਣਾ ਬੰਦਾ ਹੋਵੇਗਾ। ਜਾਂ ਪਾਰਲੀਮੈਂਟ 'ਚ ਨਾ ਸਹੀ, ਕਿਸੇ ਸੂਬੇ ਦੀ ਸਰਕਾਰ, ਫਰਜ਼ ਕਰੋ ਪੰਜਾਬ ਦੀ ਸਰਕਾਰ ਫੈਸਲਾ ਕਰਦੀ ਹੈ ਜੀ। ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਸੀ, ਪੰਜਾਬ ਵਿਧਾਨ ਸਭਾ 'ਚ ਪਾਸ ਹੋਇਆ ਸੀ। ਵਿਧਾਨ ਸਭਾ 'ਚ ਪਾਸ ਕੀਤਾ ਜਾਂਦਾ ਕਿ ਸਾਡੀ ਇੱਕ ਯੂਨੀਵਰਸਿਟੀ ਹੋਵੇਗੀ ਫਲਾਣੇ ਜ਼ਿਲ੍ਹੇ ਦੇ ਫਲਾਣੇ ਸ਼ਹਿਰ ਦੇ ਵਿੱਚ, ਉਹਦਾ ਵਾਈਸ ਚਾਂਸਲਰ ਉੱਥੇ ਹੋਵੇਗਾ ਪਰ ਚਾਂਸਲਰ ਉਹਦਾ ਗਵਰਨਰ ਹੋਵੇਗਾ। ਇਹ ਸਾਰਾ ਕੁਝ ਬਿੱਲ ਪੇਸ਼ ਕਰਕੇ ਪਾਸ ਕਰਕੇ ਇੱਕ ਕਾਨੂੰਨ ਦੀ ਸ਼ਕਲ ਦਿੱਤੀ ਜਾਂਦੀ ਹੈ। ਜਾਂ ਕੁਝ ਇਹੋ ਜਿਹੇ ਹੁੰਦੇ ਅਦਾਰੇ ਜਿਨ੍ਹਾਂ ਨੂੰ ਡੀਮਡ ਯੂਨੀਵਰਸਿਟੀਆਂ ਬਣਾਇਆ ਜਾਂਦਾ। ਜਿਹੜੀਆਂ ਡੀਮਡ ਯੂਨੀਵਰਸਿਟੀਆਂ ਉਹਨਾਂ ਨੂੰ ਵੀ ਬਕਾਇਦਾ ਪਰਮਿਸ਼ਨ ਨਾਲ ਕੁਝ ਡਿਗਰੀਆਂ ਦੇਣ ਦਾ ਅਧਿਕਾਰ ਹੁੰਦਾ। ਹੁਣ ਇਹ ਸਾਰੇ ਕੁਝ ਨੂੰ ਛੱਡ ਕੇ ਆ ਇੱਕ ਵਿੱਚ ਖੁੰਬਾਂ ਵਰਗੀਆਂ ਯੂਨੀਵਰਸਿਟੀਆਂ ਆਪੇ ਫੁੱਟਦੀਆਂ, ਆਪੇ ਯੂਨੀਵਰਸਿਟੀ 'ਚ 5-4 ਕਮਰਿਆਂ ਦਾ ਇੱਕ ਘਰ ਕਿਰਾਏ 'ਤੇ ਲੈ ਕੇ ਬੋਰਡ ਲਾ ਕੇ ਯੂਨੀਵਰਸਿਟੀ ਦਾ ਲੋਕਾਂ ਨੂੰ ਡਿਗਰੀਆਂ ਦੇ ਰਿਹਾ। ਉਹ ਡਿਗਰੀਆਂ ਜਿਨ੍ਹਾਂ ਦੀ ਨਾ ਭਾਰਤ ਸਰਕਾਰ ਦੇ ਕਿਸੇ ਅਦਾਰੇ ਕੋਲ ਕੋਈ ਮਾਨਤਾ ਤੇ ਨਾ ਭਾਰਤ ਤੋਂ ਬਾਹਰ ਕਿਸੇ ਕਿਸਮ ਦੀ ਕੋਈ ਮਾਨਤਾ, ਉਹ ਸਾਰੀਆਂ ਜਾਲੀ ਡਿਗਰੀਆਂ ਲੋਕਾਂ ਨੂੰ ਉਹਨਾਂ ਕੋਲ ਨਹੀਂ ਜਾਣਾ ਚਾਹੀਦਾ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਕਹਿ ਦਿੱਤਾ ਜੀ। ਪਵਨ ਸਾਹਿਬ, ਡੋਨਲਡ ਟਰੰਪ ਉਹਨਾਂ ਦੀ ਗੱਲ ਕਰਦੇ ਆ ਕਿਉਂਕਿ ਉਹਨਾਂ ਦੇ ਘਰੋਂ ਬਕਸਾ ਮਿਲਿਆ ਤੇ ਬਕਸੇ ਦੇ ਵਿੱਚੋਂ ਕੁਝ ਡਾਕੂਮੈਂਟਸ ਮਿਲੇ ਆ। ਉਹ ਡਾਕੂਮੈਂਟ ਜਿਹੜੇ ਸਰਕਾਰੀ ਤੌਰ ਤੇ ਆਪਣੇ ਨਾਲ ਲੈ ਗਏ ਸੀਗੇ। ਪਿਛਲੇ ਹਫ਼ਤੇ ਵੀ ਰੌਲਾ ਪਿਆ ਸੀਗਾ, ਹੁਣ ਫਿਰ ਸਾਹਮਣੇ ਆ ਗਿਆ। ਇਹਦੇ ਬਾਰੇ ਕੀ ਕਹਿਣਾ ਜੀ? ਮੇਰਾ ਖਿਆਲ ਇਹ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਹੈ, ਪਿਛਲੇ ਕਿਸੇ ਬਾਰੇ ਮੇਰੇ ਧਿਆਨ ਵਿੱਚ ਨਹੀਂ ਕਿ ਇੱਦਾਂ ਹੋਇਆ ਹੋਵੇ ਵੀ ਚੋਣ ਜਦੋਂ ਹਾਰ ਗਿਆ ਆਪਣੇ ਘਰ ਚਲਾ ਗਿਆ। ਘਰ ਜਾਣ ਤੋਂ 2 ਸਾਲਾਂ ਬਾਅਦ ਹੁਣ ਉਹਦੇ ਘਰ ਦੇ ਉੱਤੇ ਛਾਪਾ ਪਵੇ, ਛਾਪਾ ਪੈਣ ਤੋਂ ਬਾਅਦ ਉੱਥੋਂ ਬਕਸੇ ਫੜੇ ਜਾਣ ਤੇ ਫਿਰ ਉਹਦੇ ਉੱਤੇ ਇਹ ਦੋਸ਼ ਲੱਗੇ ਕਿ ਉਹ ਚੋਣ ਹਾਰਨ ਤੋਂ ਬਾਅਦ ਘਰ ਨੂੰ ਆਉਣ ਲੱਗਿਆ ਸੀਕ੍ਰੇਟ ਡਾਕੂਮੈਂਟਸ, ਜਿਹੜੇ ਗੁਪਤ ਦਸਤਾਵੇਜ਼ ਆ, ਉਹ ਚੁੱਕ ਕੇ ਬਕਸੇ ਭਰ ਕੇ ਚੋਰੀ ਕਰਕੇ ਲੈ ਆਇਆ। ਹੁਣ ਹੋਇਆ ਕੀ ਹੈ? ਡੋਨਲਡ ਟਰੰਪ ਨੇ ਪਹਿਲਾਂ ਕਹਿਤਾ ਸੀ ਮੈਂ ਹਾਰ ਵੀ ਗਿਆ, ਮੈਂ ਕੁਰਸੀ ਨਹੀਂ ਛੱਡਣੀ ਜੀ, ਔਰ ਸੱਚੀ-ਮੁੱਚ ਹੀ ਹਾਰ ਗਿਆ। ਉਹਨੇ ਆਖਿਆ ਦੁਬਾਰਾ ਵੋਟਾਂ ਗਿਣੋ, ਦੁਬਾਰਾ 'ਚ ਵੀ ਹਾਰ ਗਿਆ। ਫਿਰ ਜਿਸ ਦਿਨ ਪਾਰਲੀਮੈਂਟ ਨੇ ਕਨਫਰਮ ਕਰਨਾ ਸੀ ਕਿ ਇਹ ਹਾਰ ਗਿਆ ਤੇ ਜੋ ਬਾਈਡਨ ਜਿੱਤ ਗਿਆ, ਉੱਥੇ ਭੀੜ ਨੇ ਹਮਲਾ ਕਰਤਾ ਤੇ ਭੀੜ ਨੂੰ ਉਕਸਾਉਣ ਦਾ ਕੰਮ ਇਹਨੇ ਕੀਤਾ, ਇਹ 'ਚ ਵੀ ਦੋਸ਼ੀ ਸੀ। ਜਦੋਂ ਵੇਖਿਆ ਕੋਈ ਗੱਲ ਨਹੀਂ ਬਣੀ ਤੇ ਜਿਸ ਦਿਨ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਸਹੁੰ ਚੁੱਕਣੀ ਸੀ, ਉਹਦੇ ਤੋਂ ਇੱਕ ਦਿਨ ਪਹਿਲਾਂ ਜਹਾਜ਼ ਲਿਖ ਕੇ ਤੁਰ ਪਿਆ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਫਲੋਰੀਡਾ 'ਚ ਉੱਥੇ ਜਾ ਕੇ ਤੇ ਫਲਾਣੇ ਥਾਂ ਦੇ ਉੱਤੇ ਮੇਰਾ ਘਰ ਹੈ, ਛੱਡ ਆਓ। ਕਾਰਨ ਕੀ ਕਿ ਜੇ ਇਹ ਅਗਲੇ ਦਿਨ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੋਂ ਬਾਅਦ ਜਾਂਦਾ, ਫਿਰ ਰਾਸ਼ਟਰਪਤੀ ਵਾਲਾ ਜਿਹੜਾ ਜਹਾਜ਼ ਹੈ ਵਰਤ ਨਹੀਂ ਸੀ ਸਕਦਾ ਤੇ ਆਪਣੇ ਘਰ ਉਸੇ ਤੇ ਜਾਣਾ ਚਾਹੁੰਦਾ ਸੀ। ਇਸ ਕਰਕੇ ਇਹਨੇ ਆਖਿਆ ਫਿਰ ਕੀ ਉਹ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ 'ਚ ਮੈਂ ਨਹੀਂ ਜਾਂਦਾ। ਅਮਰੀਕਾ ਦੀ ਇਹਨੇ ਰਵਾਇਤ ਤੋੜੀ, ਇੱਕ ਦਿਨ ਪਹਿਲਾਂ ਸਮਾਨ ਲੈ ਕੇ ਚਲਾ ਗਿਆ। ਉਹ ਜਿਹੜਾ ਸਮਾਨ ਲੈ ਕੇ ਗਿਆ ਏ,
ਉਹਦੇ ਵਿੱਚ 15 ਬਕਸੇ ਸੀ, ਉਹਨਾਂ 'ਚ ਸੀਕ੍ਰੇਟ ਡਾਕੂਮੈਂਟਸ। ਖੁਫੀਆ ਏਜੰਸੀਆਂ ਕੋਲ ਸ਼ਿਕਾਇਤ ਹੋਈ ਕਿ ਜਿਹੜੇ ਡਾਕੂਮੈਂਟਸ, ਜਿਹੜੇ ਬਕਸੇ ਉੱਥੋਂ ਚੁੱਕਣ ਤੋਂ ਬਾਅਦ ਇਹਨੇ ਨੈਸ਼ਨਲ ਆਰਕਾਈਵਸ ਐਂਡ ਰਿਕਾਰਡ ਐਸੋਸੀਏਸ਼ਨ ਜਿਹੜੀ ਆ ਨਾਰਾ ਜਿਹਨੂੰ ਕਹਿੰਦੇ, ਉੱਥੇ ਜਮ੍ਹਾਂ ਕਰਾਉਣੇ ਆ। ਉੱਥੇ ਜਮ੍ਹਾਂ ਕਰਾਉਣ ਦੀ ਥਾਂ ਨਾਲ ਲੈ ਗਿਆ ਘਰ ਨੂੰ। ਇਹ ਚੁੱਪ ਕੀਤਾ ਰਿਹਾ, ਨੇ ਜਵਾਬ ਨਹੀਂ ਦਿੱਤਾ, ਉਹ ਵੀ ਚੁੱਪ ਕੀਤਾ ਰਿਹਾ। ਜਦੋਂ ਇਹ ਪਾਮ ਬੀਚ ਤੇ ਛੁੱਟੀਆਂ ਕੱਟਣ ਗਿਆ, ਉਹਨਾਂ ਪਿੱਛੋਂ ਜਾ ਕੇ ਇਹਦੇ ਘਰ ਦੇ ਉੱਤੇ ਰੇਡ ਕਰ ਦਿੱਤਾ। ਰੇਡ ਕਰਕੇ ਬਕਸੇ ਚੁੱਕ ਲਿਆ। ਜਾਣ ਕੇ ਇਹਦੇ ਹੁੰਦਿਆਂ ਨਹੀਂ ਕੀਤਾ ਕਿ ਸਾਬਕਾ ਰਾਸ਼ਟਰਪਤੀ ਹੈ ਤੇ ਜਿੱਦਾਂ ਦੇ ਸੁਭਾਅ ਦਾ ਕਿਤੇ ਅੱਗੋਂ ਤੱਤਾ ਹੋਇਆ ਹੱਥੋਂ ਪਈ ਨਾ ਹੋਵੇ ਜੀ। ਹੁਣ ਉਹ ਬਕਸੇ ਲਿਆਂਦੇ ਗਏ ਤੇ FBI ਜਿਹੜੀ ਉੱਥੋਂ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਹੈ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਉਹਨਾਂ ਨੇ ਅਦਾਲਤ ਵਿੱਚ ਐਫੀਡੇਵਿਟ ਪੇਸ਼ ਕੀਤਾ ਕਿ 15 ਬਕਸਿਆਂ ਦੀ ਜਾਂਚ ਵਿੱਚੋਂ ਪਤਾ ਲੱਗਾ ਕਿ 14 ਬਕਸਿਆਂ ਦੇ ਵਿੱਚ ਬੜੇ ਸੀਕ੍ਰੇਟ ਡਾਕੂਮੈਂਟਸ। ਜੇ ਅਮਰੀਕਾ ਵਰਗੀ ਮਹਾਸ਼ਕਤੀ ਦਾ ਰਾਸ਼ਟਰਪਤੀ ਰਹਿ ਚੁੱਕਾ ਬੰਦਾ ਆਪਣੇ ਦੇਸ਼ ਦੇ ਖੁਫੀਆ ਦਸਤਾਵੇਜ਼ ਚੋਰੀ ਕਰਨ, ਆਪਣੇ ਘਰ ਲਿਜਾਣ ਦੇ ਦੋਸ਼ਾਂ ਵਿੱਚ ਫਸ ਜਾਂਦਾ ਤੇ ਦੁਨੀਆ ਭਰੋਸਾ ਕੀਤੇ ਕਰੇਗੀ। ਇਹਦਾ ਮਤਲਬ ਇਹ ਹੈ ਕਿ ਬੰਦਾ ਤੇ ਬੰਦਾ ਹੀ ਹੈ, ਦੁਨੀਆ ਦੀ ਕਿਸੇ ਨੁਕਰ 'ਚ ਹੋਵੇ ਜੇ ਉਹਦੇ ਮੋਢਿਆਂ ਤੇ ਜਿਹੜਾ ਸਿਰ ਲੱਗਾ ਉਹਦੇ ਪੁਰਜੇ ਥਾਂ ਹੋ ਗਏ ਤੇ ਉਹ ਕੁਝ ਵੀ ਕਰ ਸਕਦਾ ਜੀ। ਉਹਨਾਂ ਸਾਹਿਬ ਵੇਲਾ ਜਾਣ ਦਾ ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ। ਸੋ ਇਹ ਸਨ ਸੀਨੀਅਰ ਪੱਤਰਕਾਰ ਜਸਜਿੰਦਰ ਮਨੂੰ ਜੀ, ਜਿਨ੍ਹਾਂ ਨੇ ਖਬਰਾਂ ਤੇ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।